ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਤਿ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਪਾਤਸ਼ਾਹ ਭੂਪਤ ਇਕ ਕੀਤੇ, ਚਿਤ ਮੈਂ ਕਬ ਭਗਵੰਤ ਨ ਪ੍ਰੀਤੇ। ਜੁਗੋ ਜੁਗ ਅਟਲ ਚਬਰ ਸ਼ਬਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਣੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੈ, ਸਤਿਗੁਰਾਂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਅਸੀਂ ਸਤਿਗੁਰਾਂ ਜੀ ਦੀ ਗੋਦ ਦੇ ਅੰਦਰ ਬਿਰਾਜਮਾਨ ਹੋ ਕੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਨਾਲ ਹੀ ਨਾਲ ਰੋਜ਼ਾਨਾ ਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵੀ ਸਰਵਣ ਕਰਦੇ ਹਾਂ। ਪਿਛਲੇ ਪ੍ਰਸੰਗ ਦੇ ਅੰਦਰ ਅਸੀਂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਤੇ ਪਾਂਧੇ ਦੇ ਵਿਚਕਾਰ ਵਿਚਾਰ ਚਰਚਾ ਹੈ ਉਹ ਸਰਵਣ ਕਰਦੇ ਆ ਰਹੇ ਹਾਂ। ਕੱਲ ਦੇ ਦੀਵਾਨਾਂ ਦੇ ਅੰਦਰ ਅਸੀਂ ਜੋ ਪਾਂਧੇ ਦੁਆਰਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਾਨੂੰ ਇੱਕ ਬੇਨਤੀ ਕੀਤੀ ਗਈ ਸੀ ਕਿ ਮੈਂ ਤੁਹਾਡੇ ਪ੍ਰਤੀ ਮਨ ਦੇ ਵਿੱਚ ਸ਼ਰਧਾ ਧਾਰੀ ਹੈ, ਤੇ ਫਿਰ ਪਾਤਸ਼ਾਹ ਜੀ ਨੇ ਉਸ ਦੇ ਸਿਵਾਏ ਉਸ ਦੇ ਸੰਬੰਧ ਦੇ ਵਿੱਚ ਜੋ ਸ਼ਬਦ ਉਚਾਰਨ ਕੀਤਾ ਸੀ ਉਸ ਦਾ ਦੂਜਾ ਪਦਾ ਉਚਾਰਨ ਕੀਤਾ ਤੇ ਪਾਂਧੇ ਨੂੰ ਸਮਝਾਉਣਾ ਕੀਤਾ ਸੀ ਕਿ ਜਿਸ ਥਾਂ ਦੇ ਉੱਤੇ ਵਡਿਆਈਆਂ ਮਿਲਦੀਆਂ ਨੇ, ਉਤਸ਼ਾਹ ਪ੍ਰਦਾਨ ਹੁੰਦੇ ਹਨ, ਤੇ ਉਸ ਸੱਚੇ ਨਾਮ ਨੂੰ
ਦਿਲ 'ਚ ਵਸਾਉਣਾ ਚਾਹੀਦਾ ਹੈ, ਜਿਸ ਦੀ ਬਰਕਤ ਦੇ ਨਾਲ, ਜਿਸ ਦੀ ਆਰਾਧਨਾ ਕਰਨ ਦੇ ਨਾਲ ਤੈਨੂੰ ਵਡਿਆਈਆਂ ਪ੍ਰਾਪਤ ਹੋਣਗੀਆਂ। ਤੇ ਇਸੇ ਤਰ੍ਹਾਂ ਪਾਂਧਾ ਚਿੱਤ ਲਾ ਕੇ ਸਤਿਗੁਰਾਂ ਜੀ ਦੇ ਕੋਲੋਂ ਇਹ ਪਾਵਨ ਵਿਚਾਰ ਸਰਵਣ ਕਰਦਾ ਹੈ। ਆਓ ਜੋ ਅਗਲੇਰੀ ਵਿਚਾਰ ਹੈ ਉਸ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਭੂਪਤ ਇਕ ਕੀਤੇ, ਚਿਤ ਮੈਂ ਕਬ ਭਗਵੰਤ ਨਾ ਪ੍ਰੀਤੇ। ਤੇ ਪਾਤਸ਼ਾਹ ਜੀ ਜਦੋਂ ਪਾਂਧੇ ਦੇ ਪ੍ਰਤੀ ਬਾਣੀ ਉਚਾਰਨ ਕਰਦੇ ਨੇ, ਉਸ ਨੂੰ ਵਿਚਾਰਾਂ ਸਰਵਣ ਕਰਾਉਂਦੇ ਨੇ ਨਾ, ਤਾਂ ਉਹ ਪਾਂਧਾ ਬੜੇ ਚਿੱਤ ਦੇ ਨਾਲ, ਆਪਣੇ ਕੰਨਾਂ ਦੇ ਨਾਲ ਉਹ ਸਤਿਗੁਰਾਂ ਜੀ ਦੀ ਸ੍ਰੇਸ਼ਟ ਬਾਣੀ ਨੂੰ ਸੁਣਦਾ ਹੈ। ਤੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਪਾਤਸ਼ਾਹ ਭੂਪਤ ਦਾ ਭਾਵ ਹੈ ਰਾਜੇ, ਤੇ ਪਾਤਸ਼ਾਹ ਭਾਵ ਬਾਦਸ਼ਾਹ। ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਜਿਹੜੇ ਬਾਦਸ਼ਾਹ ਹੋਏ ਨੇ, ਵੱਡੇ ਵੱਡੇ ਰਾਜੇ ਨੇ ਨਾ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੀਤ ਨਹੀਂ ਪੈਦਾ ਕੀਤੀ ਨਾ, ਚਾਹੇ ਦੁਨਿਆਵੀ ਤੌਰ ਦੇ ਉੱਤੇ ਵੱਡੇ ਰਾਜੇ ਨੇ, ਬਹੁਤ ਧਨ ਦੌਲਤ ਹੈ, ਸੁੱਖਾ ਭਰਿਆ ਜੀਵਨ ਬਤੀਤ ਕਰਦੇ ਨੇ, ਪਰ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ, ਪਰਮਾਤਮਾ ਦਾ ਸਿਮਰਨ ਨਹੀਂ, ਪਾਤਸ਼ਾਹ ਜੀ ਕਹਿੰਦੇ ਉਹ ਖੀਰ ਦੇ ਵਿੱਚ ਕਹਿੰਦੇ ਵੀ ਖੇ ਹੁੰਦੇ ਦੇਖੇ ਨੇ, ਤੇ ਉਹ ਇਸੇ ਤਰ੍ਹਾਂ ਖੁਆਰ ਹੁੰਦੇ ਦੇਖੇ ਨੇ। ਬਿਲਸਤ ਜਗਤ ਵਿਸਾਲ ਬਿਲਾਸਾ, ਰਿਦੇ ਨ ਕਦੇ ਨਾਮ ਪਰਵਾਸਾ। ਕਹਿੰਦੇ ਹਮੇਸ਼ਾ ਹੀ ਭੋਗ ਵਿਲਾਸ ਭਰੀ ਜ਼ਿੰਦਗੀ ਬਤੀਤ ਕਰਦੇ ਨੇ, ਭੋਗਾ ਵਿਲਾਸਾਂ ਦੇ ਵਿੱਚ ਫਸੇ ਰਹਿੰਦੇ ਨੇ, ਤੇ ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਪਰਵਾਸਾ ਨਹੀਂ ਆਉਂਦਾ। ਉਹ ਹਮੇਸ਼ਾ ਹੀ ਵਿਕਾਰਾਂ ਦੇ ਵਿੱਚ, ਇਹ ਦੁਨਿਆਵੀ ਪਦਾਰਥਾਂ ਦੇ ਵਿੱਚ, ਇਸ ਮੋਹ ਮਾਇਆ ਦੇ ਵਿੱਚ ਹੀ ਫਸੇ ਰਹਿ ਜਾਂਦੇ ਨੇ, ਤੇ ਇਸ ਦੇ ਵਿੱਚ ਫਸੇ ਹੋਣ ਦੇ ਕਾਰਨ ਉਹ ਅੰਤ ਦੇ ਵਿੱਚ ਖੁਆਰ ਹੁੰਦੇ ਨੇ। ਨਿਸ ਬਾਸੁਰ ਐਸ਼ਨ ਮਹਿ ਐਸੇ, ਉਤਪਲ ਮੈਂ ਅਲ ਮਿਲਵਤ ਜੈਸੇ। ਨਿਸ ਦਾ ਭਾਵ ਦਿਨ, ਬਾਸਰ ਦਾ ਭਾਵ ਰਾਤ, ਵੀ ਦਿਨ ਰਾਤ ਉਹ ਇਸ ਤਰ੍ਹਾਂ ਝੰਜੋੜੇ ਜਾਂਦੇ ਨੇ, ਇਸ ਤਰ੍ਹਾਂ ਜਕੜੇ ਰਹਿੰਦੇ ਨੇ ਇਹਨਾਂ ਮਾਇਕ ਪਦਾਰਥਾਂ ਦੇ ਵਿੱਚ, ਜਿਸ ਤਰ੍ਹਾਂ ਇੱਕ ਸ਼ਹਿਦ ਦੀ ਮੱਖੀ ਜਾਂ ਇੱਕ ਭੌਰਾ ਫੁੱਲ ਦੇ ਨਾਲ ਪ੍ਰੀਤ ਪਾਉਂਦਾ ਹੈ ਤੇ ਫੁੱਲ ਦੇ ਨਾਲ ਹੀ ਜਕੜਿਆ ਰਹਿੰਦਾ ਹੈ। ਤੇ ਜਦੋਂ ਸ਼ਾਮ ਹੁੰਦੀ, ਕੁਝ ਫੁੱਲ ਉਸ ਸੂਰਜ ਛਿਪਣ ਦੇ ਨਾਲ ਆਪਣੀਆਂ ਪੱਤੀਆਂ ਨੂੰ ਬੰਦ ਕਰ ਲੈਂਦੇ ਨੇ, ਤੇ ਉਹ ਭੌਰਾ, ਉਹ ਫੁੱਲ ਉਸ ਦੇ ਵਿੱਚ ਹੀ ਘੁੱਟ ਕੇ ਆਪਣਾ ਜਾਨ ਦੇ ਦਿੰਦਾ ਹੈ, ਮਰ ਜਾਂਦਾ ਹੈ। ਭਾਵ ਇਸੇ ਤਰ੍ਹਾਂ ਇਹਨਾਂ ਵਿਕਾਰਾਂ ਦੇ ਵਿੱਚ ਐਸ਼ ਪ੍ਰਸਤੀ ਦਾ ਜੀਵਨ ਬਤੀਤ ਕਰਦੇ ਕਰਦੇ ਆਪਣਾ ਜੀਵਨ ਇਸੇ ਤਰ੍ਹਾਂ ਹੀ ਬਰਬਾਦ ਕਰ ਲੈਂਦੇ ਨੇ। ਅੰਤ ਸਮਾਨ ਹੈ ਸਿਮਰਹਿ ਸੋ, ਜਿਉ ਅਗ ਲਖਤ ਨ ਲੋਲਪ ਕੋ। ਤੇ ਕਹਿੰਦੇ ਇਸੇ ਤਰ੍ਹਾਂ ਅੰਤ ਸਮੇਂ ਵੀ ਸਿਮਰਨ ਨਹੀਂ ਕਰਦੇ, ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਆਰਾਧਨਾ ਨਹੀਂ ਕਰਦੇ, ਸਗੋਂ ਮਾਇਕ ਪਦਾਰਥ ਇਕੱਠੇ ਕਰਨ ਦੇ ਵਿੱਚ ਹੀ ਲੱਗੇ ਹੁੰਦੇ ਨੇ। ਨੌਕਰਾਂ ਚਾਕਰਾਂ ਦੇ ਕੋਲੋਂ ਆਪਣੀ ਸੇਵਾ ਕਰਵਾਉਂਦੇ ਨੇ, ਹੋਰ ਅਨੇਕਾਂ ਤਰ੍ਹਾਂ ਦੇ 36 ਤਰ੍ਹਾਂ ਦੇ ਭੋਜਨ ਪਦਾਰਥ ਛਕਦੇ ਨੇ, ਪਰ ਇੱਕ ਵਾਰ ਵੀ ਜ਼ਿੰਦਗੀ ਦੇ ਵਿੱਚ, ਇੱਕ ਵਾਰ ਵੀ ਦਿਨ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਤੱਕ ਨਹੀਂ ਕਰਦੇ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਵੀ ਉਹ ਖੁਆਰ ਹੀ ਹੁੰਦੇ ਨੇ, ਉਹਨਾਂ ਦਾ ਇਹ ਖਾਧਾ ਪੀਤਾ ਕਿਸੇ ਵੀ ਕੰਮ ਨਹੀਂ ਆਉਣਾ। ਜਦੋਂ ਅੰਤ ਨੂੰ ਮਾਰ ਪੈਂਦੀ ਹੈ ਨਾ, ਅੰਤਲੇ ਸਮੇਂ ਦੇ ਵਿੱਚ ਵੀ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ। ਜਦੋਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇ, ਕੋਈ ਤਕਲੀਫ ਆਵੇ ਨਾ, ਅਸਲ ਦੇ ਵਿੱਚ ਜਿਹੜੇ ਦੁੱਖ ਤਕਲੀਫ ਆਉਂਦੇ ਨੇ ਨਾ, ਇਹਨਾਂ ਦੁੱਖਾਂ ਤਕਲੀਫਾਂ ਦੇ ਕਾਰਨ ਮਨੁੱਖ ਪਰਮਾਤਮਾ ਦੇ, ਆਪਣੇ ਗੁਰੂ ਦੇ ਨੇੜੇ ਹੁੰਦਾ ਹੈ। ਤੇ ਇਸ ਤਰ੍ਹਾਂ ਜਦੋਂ ਨੇੜੇ ਹੁੰਦਾ ਹੈ ਤੇ ਉਹ ਜਦੋਂ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਜੁੜਦਾ ਤੇ ਉਸ ਨੂੰ ਸਹਾਈ ਹੁੰਦਾ ਹੈ, ਸਹਾਇਤਾ ਹੁੰਦੀ ਹੈ, ਉਸ ਦੀ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ। ਪਰ ਇੱਥੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਜ਼ਿੰਦਗੀ ਦੇ ਵਿੱਚ ਦੁੱਖ ਵੀ ਆ ਜਾਂਦੇ ਨੇ, ਦੁੱਖ ਤਕਲੀਫਾਂ ਸਹੇੜਦੇ ਨੇ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਪਰਮਾਤਮਾ ਦਾ ਨਾਮ ਜਪਣ ਨੂੰ ਤਿਆਰ ਨਹੀਂ ਹੁੰਦਾ, ਤੇ ਇਸੇ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਨੇ। ਦੋਹਰਾ ਜਿਨ ਦਿਨ ਤਨ ਮਨ ਧਨ, ਤਿਸਤੇ ਅਸਨ ਜਾਨ, ਦਾਦਰ ਕਰਦਮ ਮਦ ਮਿਲ, ਕੀਮ ਨ ਕਮਲ ਪਛਾਨ। ਕਿ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦੀ ਥਾਂ ਤੇ ਨਾ, ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਾਉਣਾ ਸੀ,
ਪਰ ਇਸ ਦੀ ਜਗ੍ਹਾ ਉਹਨਾਂ ਨੇ ਆਪਣੇ ਮਨ ਦੇ ਵਿੱਚ ਤਨ ਦਾ ਹੰਕਾਰ, ਤਨ ਦਾ ਜਿਹੜਾ ਮੋਹ ਭਰ ਲਿਆ, ਮਨ ਦੇ ਵਿੱਚ ਵਾਸ਼ਨਾਵਾਂ ਪੈਦਾ ਕਰ ਲਈਆਂ ਤੇ ਧਨ ਦਾ ਪਿਆਰ ਹੀ ਉਹਨਾਂ ਨੇ ਆਪਣੇ ਮਨ ਦੇ ਵਿੱਚ ਭਰ ਲਿਆ। ਇਹ ਸਾਰਾ ਕੁਝ ਆਪਣੇ ਮਨ ਦੇ ਵਿੱਚ ਧਾਰਨ ਕਰ ਲਿਆ। ਸੱਚੇ ਨਾਮ ਦੀ ਸਿਫਤ ਸਲਾਹ ਉਹਨਾਂ ਨੇ ਆਪਣੇ ਮਨ ਦੇ ਵਿੱਚ ਧਾਰਨ ਨਹੀਂ ਕੀਤੀ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਇਸੇ ਤਰ੍ਹਾਂ ਪਾਂਧੇ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਨੇ ਕਿ ਕਹਿੰਦੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਛੱਪੜ ਦੇ ਵਿੱਚ ਕਮਲ ਦਾ ਫੁੱਲ ਤਾਂ ਉੱਗਦਾ ਹੈ, ਪਰ ਜਿਹੜਾ ਦਾਦਰ ਹੈ, ਜਿਹੜਾ ਡੱਡੂ ਹੈ ਨਾ, ਉਸ ਕਮਲ ਦੀ ਮਹਿਮਾ ਨੂੰ ਨਹੀਂ ਜਾਣ ਸਕਦਾ, ਉਸ ਕਮਲ ਦੀ ਵਡਿਆਈ ਨਹੀਂ ਜਾਣ ਸਕਦਾ, ਉਸ ਦੀ ਕੀਮਤ ਨਹੀਂ ਸਮਝ ਸਕਦਾ। ਡੱਡੂ ਹਮੇਸ਼ਾ ਚਿੱਕੜ ਦੇ ਵਿੱਚ ਰਹਿ ਕੇ ਗੰਦਗੀ ਹੀ ਖਾਂਦਾ ਹੈ, ਗੰਦਗੀ ਦੇ ਵਿੱਚ ਹੀ ਜੀਵਨ ਬਤੀਤ ਕਰ ਲੈਂਦਾ, ਪਰ ਉਸ ਨੂੰ ਉਸ ਕਮਲ ਦੀ ਸਾਰ ਨਹੀਂ ਰਹਿੰਦੀ। ਇਸੇ ਤਰ੍ਹਾਂ ਦੁਨਿਆਵੀ ਤੌਰ ਦੇ ਉੱਤੇ ਮਨੁੱਖ ਕਹਿੰਦੇ ਦੁਨਿਆਵੀ ਪਦਾਰਥਾਂ ਦੇ ਵਿੱਚ ਇਸ ਮੋਹ ਦੇ ਚਿੱਕੜ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਡੱਡੂ ਦੇ ਵਾਂਗ ਉਸ ਨੂੰ ਸੱਚੇ ਨਾਮ ਦੀ ਕੀਮਤ ਦਾ ਨਹੀਂ ਪਤਾ ਹੁੰਦਾ। ਸੱਚੇ ਨਾਮ ਦੀ ਮਹਿਮਾ, ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਬੰਦਗੀ ਦੇ ਨਾਲ ਉਸ ਨੂੰ ਕੋਈ ਲੈਣ ਦੇਣ ਨਹੀਂ, ਸਗੋਂ ਇਹ ਗੰਦਗੀ, ਇਹ ਮੋਹ ਮਾਇਆ ਦੇ ਵਿੱਚ ਹੀ ਫਸ ਕੇ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦਾ ਹੈ। ਚੌਪਈ ਬਿਸਰੈ ਬੈਸ ਬਿਹਾਵੇ ਸਭਹੀ, ਨਾਮ ਨਾ ਚਿਤ ਮੈਂ ਬਿਤ ਬਿਓ ਕਬਹੀ। ਕਹਿੰਦੇ ਵੀ ਪਰਮਾਤਮਾ ਨੂੰ ਵਿਸਾਰ ਕੇ ਨਾ, ਪ੍ਰਭੂ ਨੂੰ ਵਿਸਾਰ ਕੇ ਸਾਰੀ ਹੀ ਆਪਣੀ ਉਮਰ ਇਸੇ ਤਰ੍ਹਾਂ ਵਿਅਰਥ ਹੀ ਗਵਾ ਰਹੇ ਨੇ ਤੇ ਕਦੇ ਵੀ ਆਪਣੇ ਚਿੱਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਪਰਮਾਤਮਾ ਦੇ ਨਾਮ ਦੀ ਆਰਾਧਨਾ ਨਹੀਂ ਕੀਤੀ। ਸੁਖ ਸੋ ਵਿਸਵ ਵਸੇ ਬਸ ਸੇਤੀ, ਹਿਰਦੇ ਕਦਾਚਿਤ ਸੁਧ ਨਾ ਗੇਤੀ। ਕਹਿੰਦੇ ਸੁੱਖਾਂ ਦੀ ਖਾਤਰ ਸੰਸਾਰ ਦੇ ਨਾਲ, ਸੰਸਾਰ ਦੇ ਵਿੱਚ ਇਹ ਜਿਹੜੇ ਪਦਾਰਥ ਨੇ ਨਾ, ਉਹਨਾਂ ਦੇ ਵਿੱਚ ਪਿਆਰ ਦੇ ਵਿੱਚ ਪਿਆ ਰਹਿੰਦਾ ਹੈ। ਮਨੁੱਖ ਨੂੰ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਇਹ ਦੁਨਿਆਵੀ ਪਦਾਰਥ ਹੀ ਸਾਰੇ ਸੁੱਖ ਪ੍ਰਦਾਨ ਕਰਦੇ ਨੇ। ਸਰੀਰਕ ਤੌਰ ਦੇ ਉੱਤੇ ਸੁੱਖ ਪ੍ਰਾਪਤ ਕਰਨ ਦੇ ਲਈ ਉਹ ਇਹਨਾਂ ਮਾਇਕ ਪਦਾਰਥਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ, ਪਰ ਉਸ ਦਾ ਮਨ ਕਦੇ ਵੀ ਸੁਖੀ ਨਹੀਂ ਹੁੰਦਾ ਇਹਨਾਂ ਪਦਾਰਥਾਂ ਦੇ ਵਿੱਚ ਫਸਿਆ ਹੋਣ ਦੇ ਕਾਰਨ। ਦੁਨਿਆਵੀ ਤੌਰ ਦੇ ਉੱਤੇ ਅਸੀਂ ਦੇਖੀਏ, ਜਿੰਨੇ ਵੀ ਧੜਾੜ ਲੋਕ ਨੇ, ਅਸੀਂ ਦੇਖਣ ਨੂੰ ਸਾਨੂੰ ਲੱਗਦਾ ਵੀ ਇਹਨਾਂ ਕੋਲ ਧਨ ਦੌਲਤ ਬਹੁਤ ਹੈ, ਪੈਸਾ ਬਹੁਤ ਹੈ, ਪਰ ਜਦੋਂ ਕਿਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਅੰਦਰ ਝਾਤ ਮਾਰ ਕੇ ਦੇਖਾਂਗੇ ਨਾ, ਰਾਤ ਨੂੰ ਨੀਂਦ ਦੀ ਗੋਲੀ ਖਾਧੇ ਬਗੈਰ ਉਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ, ਕਿਉਂਕਿ ਮਨ ਦੇ ਵਿੱਚ ਟਿਕਾ ਨਹੀਂ ਨਾ, ਮਨ ਦੇ ਵਿੱਚ ਸੁੱਖ ਨਹੀਂ। ਸਰੀਰਕ ਸੁੱਖ ਤਾਂ ਭੋਗ ਰਿਹਾ, ਪਰ ਮਨ ਦੇ ਵਿੱਚ ਇਹੀ ਲੱਗਾ ਰਿਹਾ ਵੀ ਅੱਜ ਮੈਂ ਇਹ ਪੈਸਾ ਇੱਥੇ ਖਰਚ ਲਿਆ, ਇੱਥੋਂ ਪੈਸਾ ਇਕੱਠਾ ਕਰ ਲਿਆ ਤੇ ਇਸ ਪੈਸੇ ਦੀ ਸੰਭਾਲ ਕਿਸ ਤਰ੍ਹਾਂ ਕਰਨੀ। ਮਨ ਦੇ ਵਿੱਚ ਸਬਰ ਸੰਤੋਖ ਨਹੀਂ, ਲਾਲਚ ਦੇ ਵੱਸ ਪੈ ਕੇ ਉਹ ਮਾਇਆ ਦੇ ਮਗਰ ਹੀ ਭੱਜਿਆ ਫਿਰਦਾ, ਦੁਨਿਆਵੀ ਪਦਾਰਥਾਂ ਦੇ ਮਗਰ ਹੀ ਭੱਜਿਆ ਫਿਰਦਾ। ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਕਹਿੰਦੇ ਸੁੱਖਾਂ ਦੇ ਖਾਤਰ ਮਨੁੱਖ ਸੰਸਾਰ ਦੇ ਪਦਾਰਥਾਂ ਦੇ ਨਾਲ ਪਿਆਰ ਕਰ ਲੈਂਦਾ, ਪਰ ਮਾਨਸਿਕ ਤੌਰ ਦੇ ਉੱਤੇ ਆਪਣੇ ਮਨ ਨੂੰ ਬਲਵਾਨ ਬਣਾਉਣ ਦੀ ਖਾਤਰ, ਜਿਸ ਦੇ ਨਾਲ ਮਨ ਦੇ ਵਿੱਚ ਟਿਕਾ ਆਉਣਾ ਸੀ, ਮਨ ਦੇ ਵਿੱਚ ਸਬਰ ਸੰਤੋਖ ਆਉਣਾ ਸੀ, ਤੇ ਉਹ ਕੰਮ ਅਜੇ ਤੱਕ ਮਨੁੱਖ ਨੇ ਆਪਣੇ ਹਿਰਦੇ ਦੇ ਵਿੱਚ ਹਜੇ ਤੱਕ ਵੀ ਉਸਨੇ ਕੁਝ ਵੀ ਵਿਚਾਰ ਨਹੀਂ ਕੀਤੀ, ਅੱਗੇ ਬਾਰੇ ਕੁਝ ਨਹੀਂ ਸੋਚਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੇਵਲ ਪੈਸਾ ਹੀ ਮੇਰਾ ਸਹਾਇਤਾ ਕਰੇਗਾ, ਜਾਂ ਜਿਹੜੀ ਚੀਜ਼ ਨੇ ਮੇਰੀ ਸਹਾਇਤਾ ਕਰਨੀ ਦੁੱਖਾਂ ਦੇ ਵਿੱਚ ਜਾਂ ਮਾਨਸਿਕ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ, ਤਾਂ ਮੈਂ ਬਹੁਤ ਤਿਆਰੀ ਕਰ ਲਈ, ਪਰ ਜਦੋਂ ਮੇਰੇ ਮਨ ਨੂੰ ਦੁੱਖ ਲੱਗਦਾ ਤਾਂ ਉਸ ਸਮੇਂ ਕਿਹੋ ਜਿਹੀ ਤਿਆਰੀ ਕਰਨੀ ਹੈ। ਪਾਤਸ਼ਾਹ ਜੀ ਕਹਿੰਦੇ ਪਾਂਧੇ ਨੂੰ ਵੀ ਅੱਗੇ ਦੀ ਤਿਆਰੀ ਕੋਈ ਵੀ ਕਰਕੇ ਨਹੀਂ ਬੈਠਾ, ਅਗਲੇ ਬਾਰੇ ਕੁਝ ਨਹੀਂ ਸੋਚਦਾ। ਇਹ ਸਥਾਨ ਕੈਸੇ ਸੁਖ ਪਾਵੇ, ਕੋ ਬਿਦ ਹੋਤ ਅਗਾਰੀ ਜਾਵੇ। ਹੁਣ ਪਾਂਧਾ ਦੁਆਰਾ ਗੁਰੂ ਸਾਹਿਬ ਜੀ ਨੂੰ ਫਿਰ ਸਵਾਲ ਕਰਦਾ ਕਿ ਪਾਤਸ਼ਾਹ ਜੀ, ਕਿ ਇਹ ਅਸਥਾਨ ਭਾਵ ਇਸ ਦੁਨੀਆ ਦੇ ਵਿੱਚ ਰਹਿ ਕੇ ਮਨ ਦਾ ਸੁੱਖ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਛੋਟੀ ਉਮਰ ਹੈ, 6 ਸਾਲ ਦੀ ਉਮਰ ਦੇ ਵਿੱਚ ਜਿਹੜਾ ਪੜ੍ਹਾਉਣ ਵਾਲਾ ਹੈ ਉਹ ਗੁਰੂ ਸਾਹਿਬ ਜੀ ਨੂੰ ਸਵਾਲ ਕਰ ਰਿਹਾ ਵੀ ਮੈਨੂੰ ਹੁਣ ਇਹ ਵੀ ਦੱਸ ਦਿਓ ਵੀ ਇਸ ਦੁਨੀਆ ਦੇ ਵਿੱਚ ਰਹਿ ਕੇ ਅਸਲ ਦੇ ਵਿੱਚ ਜਿਹੜਾ ਟਿਕਾਅ ਵਾਲਾ ਸੁੱਖ ਹੈ ਉਹ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕੋ ਬਿਦ ਹੋਤ ਅਗਾਹੀ ਜਾਵੇ, ਕਿ ਕਿਸ ਵਿਧੀ ਦੇ ਅਨੁਸਾਰ ਅਗਲੀ ਦੁਨੀਆ ਦੇ ਵਿੱਚ ਜਾਈਏ, ਕਿਸ ਵਿਧੀ ਦੇ ਨਾਲ ਅਸੀਂ ਇਸ ਭਵ ਸਭ ਤੋਂ ਪਾਰ ਉਤਾਰਾ ਕਰੀਏ। ਹਿਰਦੇ ਸੰਦੇਹ ਭਏ ਮੁਝ ਦੂ, ਉੱਤਰ ਦੇਹੋ ਦਇਆਨਿਧ ਸੋ। ਕਹਿੰਦਾ ਹੇ ਦਿਆਲੂ ਪ੍ਰਭੂ ਜੀ, ਹੇ ਦਇਆ ਕਰਨ ਵਾਲੇ ਮਾਲਕ ਜੀ, ਮੇਰੇ ਮਨ ਦੇ ਵਿੱਚ ਦੋ ਸੰਸ਼ੇ ਨੇ ਵੀ ਇਸ ਸੰਸਾਰ ਦੇ ਵਿੱਚ ਰਹਿੰਦੇ ਕਿਸ ਤਰ੍ਹਾਂ ਸੁੱਖ ਪ੍ਰਾਪਤ ਕੀਤਾ ਜਾ ਸਕਦਾ।
ਤੇ ਅਗਲੀ ਦੁਨੀਆ ਦੇ ਵਿੱਚ ਅਸੀਂ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਸੁੱਖ ਪ੍ਰਾਪਤ ਕਰ ਸਕਦੇ ਹਾਂ। ਮੇਰੇ ਦੋ ਸੰਸ਼ੇ ਜਿਹੜੇ ਨੇ, ਇਹ ਦੋਵਾਂ ਸੰਸ਼ਿਆਂ ਦਾ ਜਵਾਬ ਮੈਨੂੰ ਨਿਰਉੱਤਰ ਕਰੋ, ਮੈਨੂੰ ਇਸ ਦਾ ਜਵਾਬ ਦੇਵੋ। ਆਸ ਸੁਨ ਕਰ ਉਤਪਲ ਦਲ ਲੋਚਨ, ਉਚਰੇ ਬਚਨ ਰੁਚਿਰ ਦੁਖ ਮੋਚਨ। ਕਹਿੰਦੇ ਵੀ ਇਹ ਗੱਲ ਸੁਣ ਕੇ ਪਾਂਧੇ ਦੀ ਜਦੋਂ ਇਹ ਵਿਚਾਰ ਸੁਣੀ ਨਾ, ਪਾਂਧੇ ਨੇ ਸਵਾਲ ਕੀਤਾ ਪਾਤਸ਼ਾਹ ਜੀ ਨੂੰ। ਹੁਣ ਪਾਤਸ਼ਾਹ ਜੀ ਇਸ ਗੱਲ ਦਾ, ਇਸ ਪ੍ਰਸ਼ਨ ਦਾ ਉੱਤਰ ਦਿੰਦੇ ਨੇ। ਪਾਤਸ਼ਾਹ ਜੀ ਜਵਾਬ ਦਿੰਦੇ ਨੇ ਜਿਹੜੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਕਿ ਜਿਹੜੇ ਇਸ ਜਗਤ ਦਾ ਆਸਰਾ ਬਣਨ ਦੇ ਲਈ ਆਏ ਨੇ। ਜਗਤ ਪਦਾਰਥ ਹਿਤ ਬੈਰਾਗਾ, ਤ੍ਰਿਤਿਆ ਸ਼ਬਦ ਪਦ ਲਖਤ ਸੁਭਾਗਾ। ਕਿ ਜਿਸ ਨੂੰ ਜਗਤ ਦੇ ਪਦਾਰਥਾਂ ਦੇ ਨਾਲ ਕੋਈ ਵੀ ਮੋਹ ਨਹੀਂ ਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਇਹ ਸ਼ਬਦ ਉਚਾਰਨੇ, ਜਗਤ ਪਦਾਰਥ ਹਿਤ ਬੈਰਾਗਾ, ਕਿ ਜਿਨ੍ਹਾਂ ਦੇ ਮਨ ਦੇ ਵਿੱਚ ਜਗਤ ਦੇ ਪਦਾਰਥਾਂ ਦਾ ਕੋਈ ਵੀ ਮੋਹ ਨਹੀਂ। ਤ੍ਰਿਤਿਆ ਦਾ ਭਾਵ ਹੈ ਤਿੰਨ। ਫਿਰ ਉਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਸ਼ਬਦ ਪਾਂਧੇ ਨੂੰ ਸੁਣਾਉਣਾ ਕਰਦੇ ਨੇ ਨਾ, ਉਸ ਸ਼ਬਦ ਦਾ ਤੀਜਾ ਪਦਾ, ਉਸ ਸ਼ਬਦ ਦਾ ਤੀਸਰਾ ਬੰਦ ਹੁਣ ਪਾਤਸ਼ਾਹ ਜੀ ਸੁਣਾਉਣਾ ਕਰਦੇ ਨੇ। ਇੱਕ ਆਵੇ ਇੱਕ ਜਾਹੇ ਉੱਠ, ਰਖੀਏ ਨਾਮ ਸਲਾਦ। ਇੱਕ ਉਪਾਏ ਮੰਗਤੇ, ਇੱਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ, ਬਿਨ ਨਾਵੈ ਬੇਕਾਰ। ਪਾਤਸ਼ਾਹ ਜੀ ਹੁਣ ਪਾਂਧੇ ਦਾ ਜਵਾਬ ਦਿੰਦੇ ਨੇ। ਪਾਂਧੇ ਨੇ ਜਿਹੜਾ ਸਵਾਲ ਕੀਤਾ ਨਾ ਗੁਰੂ ਸਾਹਿਬ ਜੀ ਨੂੰ, ਪਾਤਸ਼ਾਹ ਜੀ ਕਹਿੰਦੇ ਵੀ ਦੁਨੀਆ ਦੇ ਉੱਤੇ ਇੱਕ ਆਵੇ ਇੱਕ ਜਾਏ ਉੱਠ, ਰੱਖੀਏ ਨਾਮ ਸਲਾਰ। ਕਹਿੰਦੇ ਦੁਨੀਆ ਦੇ ਉੱਤੇ ਕੋਈ ਆਉਂਦਾ ਹੈ ਤੇ ਕੋਈ ਚਲਾ ਜਾਂਦਾ, ਤੇ ਆਪਣਾ ਨਾਮ ਵੀ ਸਰਦਾਰਾਂ ਵਾਲਾ ਰੱਖ ਲੈਂਦਾ, ਵੱਡਾ ਵੱਡਾ ਨਾਮ ਰੱਖ ਲੈਂਦੇ, ਆਪਣੇ ਨਾਮਾਂ ਦੇ ਨਾਲ ਪਦਵੀਆਂ ਵੀ ਬਹੁਤ ਵੱਡੀਆਂ ਜੋੜ ਲੈਂਦੇ। ਤੇ ਪਾਤਸ਼ਾਹ ਜੀ ਕਹਿੰਦੇ ਇੱਕ ਉਪਾਏ ਮੰਗਤੇ, ਇੱਕ ਨਾ ਵੱਡੇ ਦਰਬਾਰ। ਕਿ ਕਈ ਲੋਕ ਭਿਖਾਰੀ ਪੈਦਾ ਹੁੰਦੇ ਨੇ ਇਸ ਸੰਸਾਰ ਦੇ ਉੱਤੇ, ਤੇ ਕਈ ਉੱਚੀਆਂ ਪਦਵੀਆਂ ਵਾਲੇ ਨੇ ਜਿਨ੍ਹਾਂ ਦੇ ਰਾਜ ਦਰਬਾਰ ਲੱਗਦੇ ਨੇ, ਜਿਨ੍ਹਾਂ ਦੀਆਂ ਕਚਹਿਰੀਆਂ ਲੱਗਦੇ ਨੇ, ਉਹ ਕਚਹਿਰੀਆਂ ਲਾਉਂਦੇ ਨੇ। ਤੇ ਉਹਨਾਂ ਦੇ ਭਾਵ ਰਜੇ ਵੱਡੇ ਦਰਬਾਰਾਂ ਵਾਲੇ ਰਾਜੇ ਮਹਾਰਾਜੇ ਵੀ ਇਸ ਦੁਨੀਆ ਦੇ ਉੱਤੇ ਪੈਦਾ ਹੁੰਦੇ ਨੇ, ਭਿਖਾਰੀ ਵੀ ਪੈਦਾ ਹੁੰਦੇ ਨੇ। ਅੱਗੇ ਗਿਆ ਜਾਣੀਐ, ਬਿਨ ਨਾਵੈ ਬੇਕਾਰ। ਪਰ ਅਗਲੀ ਦੁਨੀਆ ਵਿੱਚ ਜਾ ਕੇ ਆਦਮੀ ਵੀ ਅਨੁਭਵ ਕਰਦਾ ਹੈ ਕਿ ਨਾਮ ਦੇ ਬਾਝ ਉਹ ਸਾਰਾ ਕੁਝ ਹੀ ਬੇਕਾਰ ਸੀ। ਚਾਹੇ ਕਿਸੇ ਰਾਜੇ ਦੀਆਂ ਨਾ ਕਚਹਿਰੀਆਂ ਲੱਗਦੀਆਂ ਨੇ, ਰਾਜੇ ਦਾ ਦਰਬਾਰ ਲੱਗਦਾ, ਰਾਜੇ ਨੇ ਚੰਗੇ ਨੌਕਰ ਚਾਕਰ ਵੀ ਰੱਖੇ, ਪਰ ਪਾਤਸ਼ਾਹ ਜੀ ਕਹਿੰਦੇ ਜਦੋਂ ਆਉਣ ਵਾਲਾ ਸਮਾਂ, ਅਗਲੇਰਾ ਸਮਾਂ, ਜਦੋਂ ਉਸ ਨੂੰ ਸਮਝ ਆਉਂਦੀ ਨਾ ਵੀ ਇਹ ਸਾਰੀਆਂ ਧਨ ਦੌਲਤ ਇੱਕ ਪਾਸੇ, ਪਰ ਜਿਹੜਾ ਨਾਮ ਦਾ ਸੁੱਖ ਹੈ ਨਾ ਉਹ ਇੱਕ ਪਾਸੇ ਹੈ। ਸਾਰੀਆਂ ਪਦਾਰਥਾਂ ਦੇ ਉੱਤੇ ਜਿਹੜਾ ਨਾਮ ਦਾ ਸੁੱਖ ਹੈ ਨਾ, ਫਿਰ ਉਸ ਨੂੰ ਸਮਾਂ ਪੈਣ ਤੇ ਪਤਾ ਲੱਗਦਾ, ਸਮਾਂ ਲੰਘ ਜਾਣ ਤੇ ਪਤਾ ਲੱਗਦਾ ਵੀ ਅਸਲ ਦੇ ਵਿੱਚ ਮੈਂ ਦੁਨਿਆਵੀ ਪਦਾਰਥ ਇਕੱਠੇ ਕਰਨ ਦੇ ਵਿੱਚ ਹੀ ਲੱਗਾ ਰਿਹਾ, ਜਿਸ ਚੀਜ਼ ਨੂੰ ਇਕੱਠਾ ਕਰਨਾ ਸੀ ਉਸ ਬਾਰੇ ਤਾਂ ਸੋਚਿਆ ਹੀ ਨਹੀਂ। ਪਾਤਸ਼ਾਹ ਜੀ ਹੁਣ ਇਹ ਪਾਂਧੇ ਨੂੰ ਸਮਝਾਉਣਾ ਕਰਦੇ ਨੇ। ਦੋਹਰਾ ਤਪ ਕੇ ਜਨਹਿ ਸਵਾਸਨਾ, ਜਨਮ ਅਣਤ ਤਰਸੋਏ। ਪਾਏ ਰਾਜ ਜਗ ਵਿਖੇ ਫਸ, ਨਰਕ ਗਵਨ ਪੁਨ ਹੋਏ। ਪਾਤਸ਼ਾਹ ਜੀ ਕਹਿੰਦੇ ਵੀ ਦੁਨੀਆ ਦੇ ਉੱਤੇ ਜਿਹੜੇ ਮਨੁੱਖ ਆਉਂਦੇ ਨੇ ਨਾ, ਜਿਹੜੇ ਕਰਦੇ ਨੇ, ਬੰਦਗੀ ਵੀ ਕਰਦੇ ਨੇ, ਕਈ ਕਹਿੰਦੇ ਵੀ ਕਿਸੇ ਚੀਜ਼ ਦੀ ਮਨ ਦੇ ਵਿੱਚ ਕਲਪਨਾ ਕਰਦੇ ਨੇ ਵੀ ਮੈਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਜਾਵੇ ਤੇ ਮੈਂ ਪਰਮਾਤਮਾ ਦੀ ਬੰਦਗੀ ਕਰਾਂਗਾ, ਪਰਮਾਤਮਾ ਦੀ ਸਿਫਤ ਸਲਾਹ ਕਰਾਂਗਾ। ਆਮ ਤੌਰ ਤੇ ਅਸੀਂ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਕੁਝ ਹੀ ਸੋਚਦੇ ਹਾਂ ਵੀ ਭਾਈ ਮੈਨੂੰ ਇਹ ਚੀਜ਼ ਦੀ ਪ੍ਰਾਪਤੀ ਹੋ ਜਾਵੇ ਤਾਂ ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਾਂਗਾ, ਇੰਨੇ ਚੌਪਈ ਸਾਹਿਬ ਦੇ ਪਾਠ ਕਰਾਂਗਾ, ਇੰਨੇ ਜਪਜੀ ਸਾਹਿਬ ਦੇ ਪਾਠ ਕਰਾਂਗਾ। ਮਨ ਦੇ ਵਿੱਚ ਕਹਿੰਦੇ ਕਿਸੇ ਵਾਸਨਾ ਨੂੰ ਰੱਖ ਕੇ, ਮਨ ਦੇ ਵਿੱਚ ਕਿਸੇ ਕਾਮਨਾ ਨੂੰ ਰੱਖ ਕੇ ਕਹਿੰਦੇ ਤਪ ਕਰਦੇ ਨੇ ਤੇ ਹੋਰ ਅਨੇਕਾਂ ਜਨਮ ਧਾਰਨ ਕਰਨਗੇ। ਇਸੇ ਤਰ੍ਹਾਂ ਕਹਿੰਦੇ ਵਿਕਾਰਾਂ ਦੇ ਵਸ ਪੈ ਕੇ, ਵਾਸਨਾਵਾਂ ਦੇ ਵਸ ਪੈ ਕੇ ਵਾਰ-ਵਾਰ ਭਟਕਦੇ ਨੇ, ਵਾਰ-ਵਾਰ ਜਨਮ ਲੈਂਦੇ ਨੇ। ਫਿਰ ਜਦੋਂ ਕਿਸੇ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਫਿਰ ਲਾਲਸਾ ਹੋਰ ਵੱਧ ਜਾਂਦੀ, ਫਿਰ ਉਸ ਪ੍ਰਾਪਤੀ ਦੇ ਲਈ ਫਿਰ ਦੁਬਾਰਾ ਤੋਂ ਹੱਠ ਕਰਦਾ, ਫਿਰ ਦੁਬਾਰਾ ਤੋਂ ਤਪ ਕਰਦਾ। ਪਾਏ ਰਾਜ ਜਗ ਵਿਖੇ ਫਸ, ਨਰਕ ਗਵਨ ਪੁਨ ਹੋਏ। ਕਿ ਕਹਿੰਗੇ ਭਾਵੇਂ ਜਗਤ ਦੇ ਵਿੱਚ ਉਹ ਰਾਜ ਸਿੰਘਾਸਨ ਦੇ ਵੀ ਉੱਤੇ ਬਿਰਾਜਮਾਨ ਹੋ ਜਾਵੇ ਨਾ, ਚਾਹੇ ਕੋਈ ਗਰੀਬ ਹੈ, ਕੋਈ ਕੰਗਾਲ ਹੈ, ਪਾਤਸ਼ਾਹ ਜੀ ਕਹਿੰਦਾ ਵੀ ਉਸ ਨੂੰ ਇਸ ਦੁਨੀਆ ਦੇ ਉੱਤੇ ਰਹਿੰਦਿਆਂ ਕੋਈ ਰਾਜ ਸਿੰਘਾਸਨ ਵੀ ਪ੍ਰਾਪਤ ਹੋ ਜਾਵੇ ਨਾ, ਉੱਚੀ ਪਦਵੀ ਵੀ ਪ੍ਰਾਪਤ ਹੋ ਜਾਵੇ, ਪਰ ਫਿਰ ਵੀ ਉਹਨਾਂ ਦਾ ਨਰਕ ਦੇ ਵਿੱਚ ਵਾਸਾ ਹੀ ਹੋਵੇਗਾ। ਕਿਉਂਕਿ ਮਨ ਦੇ ਵਿੱਚ ਆਪਣੇ ਮਨ ਨੂੰ ਸੁਧਾਰਨ ਦੇ ਲਈ, ਆਪਣੇ ਜੀਵਨ ਨੂੰ ਸੁਧਾਰਨ ਦੇ ਲਈ ਪਾਠ ਪੂਜਾ ਨਹੀਂ ਕੀਤੀ,
ਆਪਣੇ ਜੀਵਨ ਨੂੰ ਸੁਧਾਰਨ ਲਈ ਤਪ ਨਹੀਂ ਕੀਤਾ, ਸਗੋਂ ਦੁਨਿਆਵੀ ਪਦਾਰਥਾਂ ਨੂੰ ਪ੍ਰਾਪਤ ਕਰਨ ਦੇ ਲਈ ਤਪ ਕਰਨ ਦੇ ਵਿੱਚ ਲੱਗਾ ਹੋਇਆ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਇਹੋ ਜਿਹੇ ਮਨੁੱਖ ਨਰਕ ਹੀ ਭੋਗਦੇ ਨੇ। ਚੌਪਈ ਪਾਤਸ਼ਾਹ ਰਖੀਏ ਇੱਕ ਨਾਮ, ਇੱਕ ਜਾਚਕ ਜਾਚੇ ਤਿਨ ਧਾਮ। ਪਾਤਸ਼ਾਹ ਜੀ ਪਾਂਧੇ ਨੂੰ ਸਮਝਾਉਣਾ ਕਰਦੇ ਨੇ ਕਿ ਹੇ ਪਾਂਧੇ, ਦੁਨੀਆ ਦੇ ਉੱਤੇ ਬਹੁਤ ਲੋਕ ਆਉਂਦੇ ਨੇ, ਕਈ ਆਪਣੇ ਨਾਮਾਂ ਦੇ ਨਾਲ ਬਾਦਸ਼ਾਹ ਵੀ ਲਿਖਵਾਉਂਦੇ ਨੇ, ਕਈ ਆਪਣੇ ਨਾਮਾਂ ਦੇ ਨਾਲ ਸਰਦਾਰ ਵੀ ਕਹਾਉਂਦੇ ਨੇ, ਤੇ ਕਹਿੰਦੇ ਇੱਕ ਜਾਚੇ ਜਾਏ ਤਿਨ ਧਾਮ, ਵੀ ਕਈ ਮੰਗਤੇ ਆਉਂਦੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੰਗਦੇ ਨੇ, ਬਾਦਸ਼ਾਹਾਂ ਦੇ ਵਿੱਚ। ਭਾਵੇਂ ਇਹੋ ਜੀ ਸਰਦਾਰੀ ਕਰਕੇ ਇਸ ਸੰਸਾਰ ਦੇ ਉੱਤੇ ਜਾਂਦੇ ਨੇ ਵੀ ਦੁਨਿਆਵੀ ਜਿਹੜੇ ਗਰੀਬ ਲੋਕ ਨੇ ਨਾ, ਉਹਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਮੰਗਦੇ ਨੇ ਵੀ ਸਾਡੀਆਂ ਦਾਤਾਂ ਜਿਹੜੀਆਂ ਨੇ ਸਾਨੂੰ ਪੂਰੀਆਂ ਕਰੋ, ਸਾਡੀ ਲੋੜਾਂ ਪੂਰੀਆਂ ਕਰੋ। ਕਹਿੰਦੇ ਇਹੋ ਜਿਹੇ ਲੋਕ ਵੀ ਇਸ ਦੁਨੀਆ ਦੇ ਉੱਤੇ ਆਉਂਦੇ ਨੇ। ਕਿੰਚਤ ਦਿਨ ਕੇ ਇਹਾਂ ਬਿਲਾਸਾ, ਫਸਿਓ ਮੰਦ ਵਿਸਰਿਓ ਜਮ ਤਰਾਸਾ। ਪਾਤਸ਼ਾਹ ਜੀ ਕਹਿੰਦੇ ਵੀ ਥੋੜੇ ਦਿਨ ਭੋਗ ਵਿਲਾਸ ਕਰਦੇ ਨੇ, ਆਪਣੇ ਜੀਵਨ ਦੇ ਵਿੱਚ ਵਿਕਾਰਾਂ ਦੇ ਵੱਸ ਪੈਂਦੇ ਨੇ, ਭੋਗ ਵਿਲਾਸ ਭਰੀ ਜ਼ਿੰਦਗੀ ਬਤੀਤ ਕਰਦੇ ਨੇ। ਫਸਿਓ ਮੰਦ ਵਿਸਰਿਓ ਜਮ ਤਰਾਸਾ, ਕਿ ਜਦੋਂ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਨਾ ਚੇਤੇ ਵਿੱਚ ਰੱਖਿਆ, ਇਹਨਾਂ ਪਦਾਰਥਾਂ ਦੇ ਵਿੱਚ ਹੀ ਫਸਿਆ ਰਿਹਾ, ਪਰਮਾਤਮਾ ਦਾ ਸ਼ੁਕਰਾਨਾ ਵੀ ਨਹੀਂ ਕੀਤਾ, ਪਾਤਸ਼ਾਹ ਜੀ ਕਹਿੰਦੇ ਫਿਰ ਇਸ ਗੰਦਗੀ ਦੇ ਵਿੱਚ ਫਸ ਕੇ ਹੀ ਆਪਣਾ ਜੀਵਨ ਜਿਹੜਾ ਹੈ ਨਸ਼ਟ ਕਰ ਲੈਂਦੇ ਨੇ, ਤੇ ਬਾਅਦ ਦੇ ਵਿੱਚ ਫਿਰ ਜਮਾਂ ਦਾ ਡਰ ਆਪਣੇ ਮਨ ਦੇ ਵਿੱਚ ਭੁੱਲ ਜਾਂਦੇ ਨੇ। ਤੇ ਅੱਗੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਆਗੇ ਗਏ ਹਿਰਦੇ ਤਬ ਜਾਣੈ, ਬੀਜ ਪਾਣ ਸਿਰ ਧੁਨ ਪਛਤਾਨੇ। ਕਹਿੰਦੇ ਫਿਰ ਜਦੋਂ ਅਗਲੀ ਦੁਨੀਆ ਦੇ ਵਿੱਚ ਪਹੁੰਚੇ ਨਾ, ਫਿਰ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਬਹੁਤ ਵੱਡੀ ਭੁੱਲ ਕੀਤੀ, ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗੇ ਰਹੇ। ਕਹਿੰਦੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਅਸਲ ਦੇ ਵਿੱਚ ਜਿਹੜੀ ਚੀਜ਼ ਇਕੱਠੀ ਕਰਨੀ ਸੀ ਉਹ ਤਾਂ ਅਸੀਂ ਇੱਕ ਮਾਤਰ ਵੀ ਨਹੀਂ ਜੋੜੀ, ਦੁਨਿਆਵੀ ਪਦਾਰਥਾਂ ਦੇ ਅਸੀਂ ਭੰਡਾਰ ਇਕੱਠੇ ਕਰ ਲਏ, ਤੇ ਹੁਣ ਮਨ ਦੇ ਵਿੱਚ ਪਛਤਾਵਾ ਆ ਰਿਹਾ। ਮਹਿਮਾ ਨਾਮ ਭਜਨ ਕੀ ਜੋ, ਤਬ ਚਿਤ ਬਤ ਨਿਤ ਵਿਸਰਿਓ ਸੋ। ਕਹਿੰਦੇ ਜਿਹੜੇ ਨਾਮ ਦੀ ਮਹਿਮਾ ਸੀ ਨਾ, ਫਿਰ ਹੱਥ ਮਲ ਕੇ ਦੇਖਦੇ ਨੇ, ਤੇ ਸਿਰ ਦੇ ਉੱਤੇ ਜਦੋਂ ਮੌਤ ਆਉਂਦੀ ਨਾ ਫਿਰ ਪਛਤਾਉਂਦੇ ਨੇ ਵੀ ਅਸਲ ਦੇ ਵਿੱਚ ਜਿਹੜੀ ਨਾਮ ਤੇ ਭਜਨ ਦੀ ਮਹਿਮਾ ਸੀ ਉਹਨੂੰ ਤਾਂ ਅਸੀਂ ਚੇਤੇ ਨਹੀਂ ਕੀਤਾ, ਉਹ ਪਰਮਾਤਮਾ ਦੇ ਨਾਮ ਦੀ ਤਾਂ ਆਰਾਧਨਾ ਨਹੀਂ ਕੀਤੀ ਜਿਸ ਨੂੰ ਉਹਨਾਂ ਸਦਾ ਵਿਸਾਰ ਛੱਡਿਆ ਸੀ ਨਾ। ਫਿਰ ਹੁਣ ਜਦੋਂ ਅੰਤ ਵੇਲਾ ਆਇਆ ਫਿਰ ਸਾਰੇ ਪਛਤਾਉਂਦੇ ਨੇ ਵੀ ਭਾਈ ਉਹ ਸਮਾਂ ਜੇਕਰ ਸੰਭਾਲ ਲੈਂਦੇ, ਜੇਕਰ ਉੱਠ ਕੇ ਨਿਤਨੇਮ ਕਰ ਲੈਂਦੇ ਤਾਂ ਚੰਗੇ ਰਹਿੰਦੇ, ਜੇਕਰ ਬਾਣੀ ਪੜ੍ਹ ਲੈਂਦੇ, ਬਾਣੀ ਨੂੰ ਵਿਚਾਰ ਲੈਂਦੇ, ਬਾਣੀ ਦੀ ਆਪਣੀ ਵਿਚਾਰਧਾਰਾ ਜੀਵਨ ਦੇ ਅੰਦਰ ਧਾਰਨ ਕਰ ਲੈਂਦੇ ਤਾਂ ਚੰਗੇ ਰਹਿੰਦੇ। ਅੱਜ ਸਾਨੂੰ ਦੁੱਖਾਂ ਦੇ ਵਿੱਚ ਜਿਹੜਾ ਸਾਡਾ ਕੋਈ ਸਹਾਇਕ ਨਹੀਂ ਹੁੰਦਾ ਨਾ, ਤਾਂ ਸਾਨੂੰ ਦੁੱਖਾਂ ਦੇ ਵਿੱਚ ਵੀ ਸਾਨੂੰ ਬਲ ਮਿਲਣਾ ਸੀ। ਤੇ ਪਾਤਸ਼ਾਹ ਜੀ ਇਹ ਸਮਝਾਉਣਾ ਕਰਦੇ ਨੇ ਕਿ ਬਾਅਦ ਦੇ ਵਿੱਚ ਸਮਾਂ ਗਿਆ ਤਾਂ ਮੁੱਖ ਪਛਤਾਉਂਦਾ ਹੈ। ਅਨਿਕ ਤਾਰਨਾ ਤਾਰਨ ਕਰਹੀ, ਗਰ ਮੈਂ ਗਰੂਏ ਸੰਗਰ ਪਰਹੀ। ਹੁਣ ਪਾਤਸ਼ਾਹ ਜੀ ਉਹਨਾਂ ਦੀ ਦੁਰਦਸ਼ਾ ਦੱਸਦੇ ਨੇ ਵੀ ਜਿਹੜੇ ਨਾਮ ਦੀ ਆਰਾਧਨਾ ਨਹੀਂ ਕਰਦੇ, ਜਿਹੜੇ ਇਸ ਮਨੁੱਖੀ ਜਾਮੇ ਦੇ ਵਿੱਚ ਆ ਕੇ ਨਾ ਪਾਠ ਨਹੀਂ ਕਰਦੇ, ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਹੁਣ ਉਹਨਾਂ ਦੀ ਦੁਰਦਸ਼ਾ ਪਾਤਸ਼ਾਹ ਜੀ ਦੱਸਦੇ ਨੇ, ਹੁਣ ਪਾਂਦੇ ਨੇ। ਕਹਿੰਦੇ ਵੀ ਜਦੋਂ ਫਿਰ ਅਨਿਕ ਤਾਰਨਾ ਤਾਰਨ ਕਰਹੀ, ਫਿਰ ਸਜ਼ਾ ਦੇਣ ਵਾਲੇ ਜਿਹੜੇ ਬੈਠੇ ਨੇ ਨਾ, ਅਨੇਕਾਂ ਪ੍ਰਕਾਰ ਦੀਆਂ ਤਾੜਨਾਵਾਂ ਕਰਦੇ ਨੇ, ਅਨੇਕਾਂ ਪ੍ਰਕਾਰ ਦੀਆਂ ਸਜ਼ਾਵਾਂ ਦਿੰਦੇ ਨੇ। ਉਹਨਾਂ ਦੇ ਵਿੱਚ ਕਿਹੜੀ ਕਿਹੜੀ ਸਜ਼ਾ ਮਿਲਦੀ ਹੈ? ਗਰਮੈ ਗੁਰੂਏ ਸੰਗਰ ਪਰਹੀ, ਤੇ ਗਲ ਦੇ ਵਿੱਚ ਕਹਿੰਦੇ ਪਹਾੜੇ ਸੰਗਲ ਪੈਂਦੇ ਨੇ, ਉਹਨਾਂ ਦੇ ਵਿੱਚ ਗਲਾਂ ਦੇ ਵਿੱਚ ਸੰਗਲਾਂ ਦੀ ਫਾਹੀ ਪੈਂਦੀ, ਭਾਰੇ ਭਾਰੇ ਸੰਗਲਾਂ ਦੀ, ਜਿਹੜੇ ਨਾਮ ਦੀ ਆਰਾਧਨਾ ਨਹੀਂ ਕਰਦੇ। ਤਪਤ ਥੰਮ ਸੋਐ ਚ ਲਗਾਵੈ, ਤੇਲ ਕੜਾਹ ਤਪਤ ਮਹਿ ਪਾਵੈ। ਤੇ ਕਹਿੰਦੇ ਵੀ ਜਿਹੜੇ ਗਰਮ ਥੰਮ ਨੇ ਨਾ, ਉਹਨਾਂ ਦੇ ਨਾਲ ਖਿੱਚ ਕੇ ਲਿਆਉਂਦੇ ਜਾਂਦੇ ਨੇ, ਗਰਮ ਥੰਮਾਂ ਦੇ ਨਾਲ ਬੰਨ੍ਹ ਕੇ ਨਾ, ਲੋਹੇ ਦੇ ਥੰਮਾਂ ਦੇ ਨਾਲ ਬੰਨ੍ਹ ਕੇ ਫਿਰ ਉਹਨਾਂ ਨੂੰ ਘੜੀਸਿਆ ਜਾਂਦਾ ਅਗਲੀ ਦੁਨੀਆ ਦੇ ਵਿੱਚ। ਤੇ ਤੇਲ ਕੜਾਹਾ ਤਪਤ ਮੈਂ ਪਾਵੈ, ਕਿ ਤਪ ਦੇ ਤੇਲ ਦੇ ਕੜਾਹੇ ਦੇ ਵਿੱਚ ਵੀ ਸੁੱਟੇ ਜਾਂਦੇ ਨੇ। ਜਿਹੜੇ ਇਸ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਨਾ ਕਰਦੇ, ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਪਰਮਾਤਮਾ ਨੂੰ ਚੇਤੇ ਵਿੱਚ ਨਹੀਂ ਰੱਖਦੇ, ਉਹਨਾਂ ਦੀ ਦੁਰਦਸ਼ਾ ਇਹੋ ਜਿਹੀ ਹੁੰਦੀ ਵੀ ਇੱਕ ਕੜਾਹੇ ਦੇ ਵਿੱਚ ਤੇਲ ਪਾ ਕੇ, ਤੇਲ ਰਾੜ ਕੇ ਨਾ, ਉਸ ਦੇ ਵਿੱਚ ਉਹਨਾਂ ਨੂੰ ਫਿਰ ਕਾੜਿਆ ਜਾਂਦਾ ਮਨੁੱਖਾਂ ਨੂੰ। ਦੋਹਰਾ ਲੋਖੰਡ ਕਰ ਅਗਨਵਤ, ਮੁਖ ਪਾਵੇ ਕਰ ਮਾਰ, ਧਾਰਨ ਦੁਖ ਤੁ ਪੁਕਾਰਹੀ, ਕੋਇ ਨ ਸੁਣੇ ਪੁਕਾਰ।
ਕਹਿੰਦੇ ਫਿਰ ਜਿਹੜੇ ਲੋਹੇ ਦੇ ਟੁਕੜੇ ਨੇ ਨਾ ਉਹ ਵੀ ਗਰਮ ਕਰਕੇ ਉਹਨਾਂ ਦੀ ਜੀਭ ਦੇ ਉੱਤੇ ਰੱਖੇ ਜਾਂਦੇ ਨੇ, ਵੀ ਇਸ ਜੀਭ ਦੇ ਨਾਲ ਤੂੰ ਵਿਸ਼ਿਆਂ ਵਿਕਾਰਾਂ ਨੂੰ ਭੋਗਿਆ, ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। ਉਹ ਟੁਕੜੇ ਜੀਭ ਦੇ ਉੱਤੇ ਰੱਖੇ ਜਾਂਦੇ ਨੇ। ਤੇ ਇਸ ਤਰ੍ਹਾਂ ਕਹਿੰਦੇ ਭਿਆਨਕ ਕਸ਼ਟਾਂ ਤੋਂ ਦੁਖੀ ਹੋ ਕੇ ਨਾ ਆਦਮੀ ਪੁਕਾਰ ਕਰਦਾ ਫਿਰ ਵੀ ਮੈਨੂੰ ਕੋਈ ਬਚਾ ਲਵੇ, ਕੋਈ ਮੇਰਾ ਛੁਟਕਾਰਾ ਕਰ ਦੇਵੇ। ਫਿਰ ਪਾਤਸ਼ਾਹ ਜੀ ਕਹਿੰਦੇ ਵੀ ਉਸ ਸਮੇਂ ਕਿਸੇ ਨੇ ਵੀ ਉਸ ਦੀ ਪੁਕਾਰ ਨਹੀਂ ਸੁਣੀ। ਜਦੋਂ ਇਹੋ ਜਿਹੇ ਗਲ ਦੇ ਵਿੱਚ ਭਾਰੇ ਸੰਗਲ ਪੈਂਦੇ ਨੇ, ਲੋਹੇ ਦੇ ਗਰਮ ਥੰਮਾਂ ਦੇ ਨਾਲ ਘੜੀਸਿਆ ਜਾਂਦਾ, ਜ਼ੁਬਾਨ ਦੇ ਉੱਤੇ ਗਰਮ ਲੋਹੇ ਦੇ ਟੁਕੜੇ ਰੱਖੇ ਜਾਂਦੇ ਨੇ ਨਾ, ਫਿਰ ਮਨੁੱਖ ਪੁਕਾਰਾਂ ਕਰਦਾ ਵੀ ਭਾਈ ਮੈਨੂੰ ਛੁਡਾ ਲਓ, ਮੈਨੂੰ ਇਹਨਾਂ ਤੋਂ ਛੁਟਕਾਰਾ ਕਰਾ ਲਓ, ਅੱਗੇ ਤੋਂ ਕੋਈ ਗਲਤੀ ਨਹੀਂ ਕਰਦਾ। ਪਾਤਸ਼ਾਹ ਜੀ ਕਹਿੰਦੇ ਫਿਰ ਇਹੋ ਜਿਹੇ ਔਖੇ ਵੇਲੇ ਤੇ ਨਾ ਕੋਈ ਵੀ ਉਸ ਦਾ ਸਹਾਰਾ ਨਹੀਂ ਬਣਦਾ, ਫਿਰ ਉਹ ਮਨੁੱਖ ਆਵਾਜ਼ਾਂ ਮਾਰਦਾ ਹੀ ਰਹਿ ਜਾਂਦਾ ਹੈ। ਚੌਪਈ ਇਤਿਆਦਿਕ ਦੁਰਖ ਨਰਕ ਅਨੇਕਾਂ, ਪਾਵੇ ਨਾਮਹੀਨ ਅਵਵੇਕਾਂ। ਪਾਤਸ਼ਾਹ ਜੀ ਕਹਿੰਦੇ ਵੀ ਨਰਕਾਂ ਦੀ ਜਿਹੜੀ ਦੁਰਦਸ਼ਾ ਸੀ ਇਹੋ ਜਿਹੀ ਹੈ। ਜਿਹੜਾ ਨਰਕ ਹੁੰਦਾ ਹੈ ਨਾ, ਕਹਿੰਦੇ ਨਰਕ ਦੀ ਦੁਰਦਸ਼ਾ ਇਹੋ ਜਿਹੀ ਹੈ, ਨਰਕ ਦੇ ਵਿੱਚ ਅਨੇਕਾਂ ਦੁੱਖ ਭੋਗਣੇ ਪੈਂਦੇ ਨੇ ਫਿਰ ਮਨੁੱਖ ਨੂੰ। ਪਾਵੇ ਨਾਮਹੀਨ ਅਵਵੇਕਾਂ, ਜਿਹੜੇ ਨਾਮ ਵੀ ਹੋਣੇ ਨੇ ਨਾ, ਜਿਹੜੇ ਅਗਿਆਨੀ ਨੇ, ਜਿਹੜੇ ਦੁਨਿਆਵੀ ਪਦਾਰਥਾਂ ਦੇ, ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਵਾਂ ਦੇ ਨਾਲ ਵੱਡੇ ਵੱਡੇ ਬਾਦਸ਼ਾਹਾਂ ਵਾਲੇ ਨਾਂ ਰਖਾ ਲਏ, ਨਾਵਾਂ ਦੇ ਨਾਲ ਸਰਦਾਰ ਰਖਵਾ ਲਿਆ, ਨਾਵਾਂ ਦੇ ਨਾਲ ਉੱਚੀਆਂ ਉੱਚੀਆਂ ਪਦਵੀਆਂ ਜੋੜਦੀਆਂ ਨਾ, ਫਿਰ ਨਾਮ ਦੀ ਆਰਾਧਨਾ ਨਹੀਂ ਕੀਤੀ ਸੀ, ਪਰਮਾਤਮਾ ਦੇ ਸਿਮਰਨ ਦੀ, ਪਰਮਾਤਮਾ ਦੀ ਸਿਫਤ ਸਲਾਹ ਨਾ ਕਰਨ ਦੇ ਬਾਵਜੂਦ ਉਹਨਾਂ ਨੂੰ ਇਹੋ ਜਿਹੇ ਨਰਕਾਂ ਦੇ ਵਿੱਚ ਜਿਉਣਾ ਪੈਂਦਾ, ਗਲਾਂ ਦੇ ਵਿੱਚ ਸੰਗਲ ਪੈਂਦੇ ਨੇ। ਇਹੋ ਜਿਹਾ ਨਰਕ ਭਰੀ ਜਿਹੜੀ ਦੁੱਖਾਂ ਦੇ ਜਿਹੜੀ ਕਹਾਣੀ ਹੈ, ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਪਾਂਦੇ ਨੂੰ, ਕਹਿੰਦੇ ਇਹੋ ਜਿਹੇ ਸਮੇਂ ਦੇ ਵਿੱਚੋਂ ਲੰਘਣਾ ਪੈਂਦਾ। ਪਰ ਇਹੋ ਜਿਹੇ ਸਮੇਂ ਦੇ ਵਿੱਚ ਫਿਰ ਕਹਿੰਦੇ ਕੋਈ ਵੀ ਉਸ ਦੀ ਸਹਾਇਤਾ ਨਹੀਂ ਕਰਦਾ। ਕਰਤਵੇ ਕਾਰਨ ਵੈਸ ਬਿਤਾਈ, ਕਹੋ ਨਾ ਸਿਮਰਨ ਮਹਿਲ ਬੁਲਾਈ। ਕਹਿੰਦੇ ਵਿਕਾਰਾਂ ਦੇ ਵਿੱਚ, ਵਿਸ਼ਿਆਂ ਵਿਕਾਰਾਂ ਦੇ ਵਿੱਚ, ਦੁਨਿਆਵੀ ਪਦਾਰਥਾਂ ਦੇ ਵਿੱਚ, ਮਾਇਕ ਪਦਾਰਥਾਂ ਦੇ ਮੋਹ ਦੇ ਵਿੱਚ, ਲਾਲਚ ਦੇ ਬਸ ਪੈ ਕੇ ਕਹਿੰਦੇ ਸਾਰਿਆਂ ਵਿਸ਼ਿਆਂ ਵਿਕਾਰਾਂ ਨੂੰ ਭੋਗਿਆ। ਜਦੋਂ ਜੀਵਨ ਸੀ, ਜੀਵਨ ਦੇ ਵਿੱਚ ਰਹਿੰਦਿਆਂ ਕਿਸੇ ਵੀ ਤਰ੍ਹਾਂ ਦੀ ਨਾਮ ਦੀ ਆਰਾਧਨਾ ਨਹੀਂ ਕੀਤੀ। ਹੁਣ ਜਦੋਂ ਕਹਿੰਦੇ ਵੀ ਕਦੀ ਵੀ ਪਰਮਾਤਮਾ ਦਾ ਸਿਮਰਨ ਦੇ ਨਾਲ ਲਿਵ ਨਹੀਂ ਨਾ ਜੋੜੀ, ਫਿਰ ਅੰਤ ਦੇ ਵਿੱਚ ਮਨੁੱਖ ਨੂੰ ਪਛਤਾਵਾ ਹੀ ਹੁੰਦਾ। ਆਮ ਤੌਰ ਦੇ ਉੱਤੇ ਮਨੁੱਖ ਕੀ ਕਰਦਾ ਹੈ ਨਾ, ਮਨੁੱਖ ਦੀ ਜੀਵਨ ਦਾ ਜਿਹੋ ਜਿਹਾ ਪੜਾਅ ਹੈ, ਬਚਪਨ ਆਉਂਦਾ, ਜਵਾਨੀ ਆਉਂਦੀ, ਵਡੇਪਾ ਆਉਂਦਾ, ਇਹ ਸਾਰਾ ਕੁਝ ਜਦੋਂ ਮਨੁੱਖ ਜੀਵਨ ਦੇ ਵਿੱਚ ਦੇਖਦਾ ਹੈ, ਸਮਾਂ ਦੇਖਦਾ ਨਾ, ਤਾਂ ਬਚਪਨ ਦੇ ਵਿੱਚ ਆਮ ਤੌਰ ਦੇ ਉੱਤੇ ਜਦੋਂ ਸੋਝੀ ਆਉਂਦੀ ਤਾਂ ਕਹਿੰਦਾ ਵੀ ਕੋਈ ਨਹੀਂ, ਜਵਾਨੀ ਵੇਲੇ ਪਰਮਾਤਮਾ ਦਾ ਨਾਮ ਜਪ ਲਵਾਂਗੇ। ਜਦੋਂ ਜਵਾਨੀ ਆਉਂਦੀ, ਮਾਇਕ ਪਦਾਰਥਾਂ ਦੇ ਪਿੱਛੇ ਭੱਜਦਾ, ਧਨ ਦੌਲਤ ਦੇ ਪਿੱਛੇ ਭੱਜਦਾ, ਦੁਨਿਆਵੀ ਮਾਹੌਲ ਦੇਖਦਾ, ਤਾਂ ਉਸ ਮਾਹੌਲ ਦੇ ਵਿੱਚ ਰਚਿਆ ਜਾਂਦਾ, ਉਸ ਮਾਹੌਲ ਨੂੰ ਅਪਣਾ ਲੈਂਦਾ। ਤੇ ਬਾਅਦ ਦੇ ਵਿੱਚ ਆਖਦਾ ਕਿ ਜਦੋਂ ਵਡੇਪਾ ਆਵੇਗਾ ਨਾ, ਜਦੋਂ ਉਮਰ ਵਡੇਰੀ ਹੋ ਜਾਵੇਗੀ, ਉਦੋਂ ਜਾ ਕੇ ਪਰਮਾਤਮਾ ਦਾ ਨਾਮ ਜਪ ਲਾਂਗੇ, ਉਦੋਂ ਜਾ ਕੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਨੀ ਸ਼ੁਰੂ ਕਰ ਦੇਵਾਂਗੇ। ਪਰ ਚੇਤੇ ਰੱਖਣਾ, ਜਦੋਂ ਤੱਕ ਸਾਡਾ ਸਰੀਰ ਬੈਠਣ ਦੇ ਕਾਬਲ ਨਹੀਂ, ਤਾਂ ਉਸ ਸਮੇਂ ਦੀ ਬੰਦਗੀ ਕੀਤੀ ਵੀ ਕੀ ਕਰੇ ਵੀ। ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਜੇਕਰ ਤੈਨੂੰ ਜੀਵਨ ਦੇ ਵਿੱਚ ਨਾ ਜਵਾਨੀ ਭਰੀ ਉਮਰ ਤੈਨੂੰ ਜ਼ਿਆਦਾ ਪਿਆਰੀ ਹੈ ਨਾ, ਤਾਂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਇਸੇ ਉਮਰ ਦੇ ਵਿੱਚ ਕੀਤਾ ਹੋਇਆ ਪਾਠ ਪੂਜਾ, ਇਸੇ ਉਮਰ ਦੇ ਵਿੱਚ ਕੀਤੀ ਹੋਈ ਆਰਾਧਨਾ, ਪਰਮਾਤਮਾ ਦੀ ਬੰਦਗੀ ਕੀਤੀ ਹੋਈ ਤੈਨੂੰ ਫਲ ਦੇਵੇਗੀ। ਵੈਸੇ ਗੁਰਬਾਣੀ ਦੇ ਅਨੁਸਾਰ ਇਹ ਵੀ ਸਮਝਾਉਣਾ ਕੀਤਾ ਵੀ ਜਦੋਂ ਮਨੁੱਖ ਨੂੰ ਜਿਸ ਚੀਜ਼ ਬਾਰੇ ਸਮਝ ਆ ਜਾਵੇ, ਜਿਸ ਚੀਜ਼ ਬਾਰੇ ਗਿਆਨ ਹਾਸਲ ਹੋ ਜਾਵੇ, ਪਾਤਸ਼ਾਹ ਜੀ ਕਹਿੰਦੇ ਉਸੇ ਦਿਨ ਤੋਂ ਉਹ ਚੀਜ਼ ਨੂੰ ਛੱਡ ਕੇ ਗਿਆਨ ਵਾਲੇ ਪਾਸੇ ਤੁਰ ਜਾਣਾ ਚਾਹੀਦਾ। ਪਾਤਸ਼ਾਹ ਜੀ ਨੇ ਕਿਹਾ ਵੀ ਇੱਕ ਇੱਕ ਪਲ, ਇੱਕ ਇੱਕ ਨਿਮਖ ਪਰਮਾਤਮਾ ਦੀ ਆਰਾਧਨਾ ਕਰਨੀ, ਪਰਮਾਤਮਾ ਨੂੰ ਚੇਤੇ ਕਰਨਾ। ਹੁਣ ਪਾਤਸ਼ਾਹ ਜੀ ਪਾਂਧੇ ਨੂੰ ਸਮਝਾਉਣਾ ਕਰਦੇ ਨੇ। ਇੱਥੇ ਪਾਂਧਾ ਆਖਦਾ ਨਾ ਵੀ ਇਸ ਦੁਨੀਆ ਦੇ ਵਿੱਚ ਸੁੱਖ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ, ਜਾਂ ਅਗਲੇਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ। ਜਿਹੜੀ ਨਰਕ ਸਵਰਗ ਦੀ ਕਹਾਣੀ ਉਦੋਂ ਤੋਂ ਚੱਲੀ ਆਉਂਦੀ ਸੀ ਨਾ, ਪਾਤਸ਼ਾਹ ਨੇ ਫਿਰ ਉਸ ਨੂੰ ਉਸੇ ਦੀ ਭਾਸ਼ਾ ਦੇ ਵਿੱਚ ਸਮਝਾਉਣਾ ਕੀਤਾ ਵੀ ਜੇਕਰ ਤੂੰ ਇਸ ਜਨਮ ਦੇ ਵਿੱਚ ਰਹਿੰਦਿਆਂ ਪਰਮਾਤਮਾ ਦੀ ਆਰਾਧਨਾ ਨਹੀਂ ਕਰੇਗਾ, ਤਾਂ ਇਹੋ ਜਿਹਾ ਹਾਲ ਹੋਵੇਗਾ, ਤੇਰੀ ਜ਼ੁਬਾਨ ਦੇ ਉੱਤੇ ਲੋਹੇ ਦੇ ਗਰਮ ਟੁਕੜੇ ਵੀ ਰੱਖੇ ਜਾਣਗੇ, ਤੈਨੂੰ ਗਰਮ ਥੰਮ ਦੇ ਨਾਲ ਬੰਨ੍ਹ ਕੇ ਘੜੀਸਿਆ ਜਾਵੇਗਾ, ਗਲਾਂ ਦੇ ਵਿੱਚ ਸੰਗਲਾਂ ਦੀਆਂ ਫਾਹੀਆਂ ਪਾਈਆਂ ਜਾਣਗੀਆਂ, ਇਹੋ ਜਿਹਾ ਨਰਕਾਂ ਭਰਿਆ ਜੀਵਨ ਤੈਨੂੰ ਬਤੀਤ ਕਰਨਾ ਪਵੇਗਾ। ਤਾਂ ਇਸੇ ਪਰਥਾਏ ਪਾਤਸ਼ਾਹ ਜੀ ਉਸ ਪਾਂਧੇ ਨੂੰ ਸਮਝਾਉਣਾ ਕਰਦੇ ਨੇ, ਤੇ ਉਸ ਨੂੰ ਸਮਝਾਉਣਾ ਕਰਦੇ ਨੇ ਕਿ ਅਸਲ ਦੇ ਵਿੱਚ ਨਾਮ ਦੀ ਮਹਿਮਾ ਕੀ ਹੈ। ਜੇ ਨਾਮ ਦੀ ਆਰਾਧਨਾ ਕਰਾਂਗੇ ਤਾਂ ਸੌਖਾ ਛੁਟਕਾਰਾ ਹੋ ਜਾਵੇਗਾ, ਇਸ ਜਨਮ ਮਰਨ ਦੇ ਗੇੜ ਦੇ ਵਿੱਚੋਂ ਨਿਕਲ ਜਾਵਾਂਗੇ, ਨਹੀਂ ਤਾਂ ਫੇਰ ਬਾਰ-ਬਾਰ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਭਟਕ ਕੇ ਹੀ ਆਪਣਾ ਜੀਵਨ ਜਿਹੜਾ ਹੈ ਖੁਆਰ ਕਰ ਲਵਾਂਗੇ। ਅੱਜ ਦੇ ਇਸ ਪ੍ਰਸੰਗ ਦੇ ਵਿੱਚ ਪਾਤਸ਼ਾਹ ਜੀ ਤੇ ਪਾਂਧੇ ਦੇ ਵਿਚਕਾਰ ਹੋਈ ਚਰਚਾ ਦੇ ਬਾਬਤ, ਜਿਸ ਦੇ ਸੰਬੰਧ ਦੇ ਵਿੱਚ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਦਾ ਤੀਸਰਾ ਪਦਾ ਉਚਾਰਨ ਕੀਤਾ,
ਉਹ ਵਿਚਾਰਾਂ ਅਸੀਂ ਸਰਵਣ ਕੀਤੀਆਂ ਨੇ। ਤੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਦੁਨਿਆਵੀ ਤੌਰ ਦੇ ਉੱਤੇ ਬਥੇਰੇ ਲੋਕ ਆਏ, ਆਪਣੇ ਨਾਮ ਵੀ ਵੱਡੇ ਵੱਡੇ ਰੱਖ ਲਏ, ਉੱਚੀਆਂ ਪਦਵੀਆਂ ਦੇ ਉੱਤੇ ਵੀ ਰਹਿ ਗਏ, ਪਰ ਪਾਤਸ਼ਾਹ ਜੀ ਕਹਿੰਦੇ ਵੀ ਇੰਨਾ ਧਨ ਦੌਲਤ ਵੀ ਸੀ ਤੇ ਘਰਾਂ ਦੇ ਵਿੱਚ ਉਹਨਾਂ ਦੇ ਮੰਗਤੇ ਮੰਗਣ ਆਉਂਦੇ ਸੀ, ਪਰ ਜੀਵਨ ਦੇ ਵਿੱਚ ਨਾਮ ਨਹੀਂ ਸੀ ਨਾ। ਨਾਮ ਤੋਂ ਅਧੂਰੇ ਹੋਣ ਦੇ ਕਾਰਨ ਉਹਨਾਂ ਦਾ ਜੀਵਨ ਅਧੂਰਾ ਹੀ ਬਤੀਤ ਹੋਇਆ। ਇਹ ਵਿਚਾਰਾਂ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤੀਆਂ। ਅਗਲੇਰਾ ਜੋ ਪ੍ਰਸੰਗ ਚੱਲ ਰਿਹਾ ਹੈ ਉਸ ਦੀ ਲੜੀ ਅਸੀਂ ਕੱਲ੍ਹ ਤੋਂ ਵਿਚਾਰ ਆਰੰਭ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।